और जो किसान 25 एकड़ और उससे ऊपर 25 जो इतने एकड़ पे गंदम उगाएगा उसको 1000 ट्रैक्टर्स जो हैं वो फ्री उन किसानों को मिलेंगे। अस्सलाम वालेकुम दोस्तों। वज़ीर आला पंजाब मरीम नवाज़ ने जी ऐलान कर दिता है कि गंदम उगाओ तो ट्रैक्टर फ्री पाओ। यानी कि 20 तो 25 एकड़ तो ज़्यादा ਜਿਹੜਾ ज़मींदार गंदम काश्त करेगा ਉਹਨੂੰ जी फ्री ट्रैक्टर दिता जाएगा हुकूमत पंजाब की तरफों। ये जी बाकायदा तौर पर मरीम नवाज़ साहबा ने ऐलान कर दिता है। इस तो घट ਜਿਹੜਾ गंदम काश्त करेगा यानी कि 10-15 एकड़ तक ਉਹਨੂੰ लेज़र लैवल फ्री देगा। तो ये जी 1000 10,000 ट्रैक्टर मिलणगे तो लेज़र लैवल का नहीं दसिया कि ये किन्ने मिलणगे, किन्ने ज़मींदारां नूं मिलणगे। बाकी ये तुहाडे ते डिपेंड करता है कि गंदम तुसीं काश्त करनी है या नहीं क्योंकि करनी। गंदम तो ਜ਼ਿਮੀਂਦਾਰਾਂ ਨਾਲ ਜੋ ਪਿਛਲੇ ਸਾਲ ਹੋਇਆ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹਕੂਮਤ ਵੀ ਚਾਹੁੰਦੀ ਹੈ ਕਿ ਜ਼ਿਮੀਂਦਾਰ ਗੰਦਮ ਕਾਸ਼ਤ ਕਰੇ ਤੇ ਜਦੋਂ ਤੱਕ ਗੰਦਮ ਦੀ ਇਮਦਾਦੀ ਕੀਮਤ ਨਹੀਂ ਦੇਣਗੇ ਤੇ ਮੇਰਾ ਨਹੀਂ ਖਿਆਲ ਕਿ ਇੰਨੇ ਜ਼ਿਆਦਾ ਜਿਹੜੀ ਵਾਫਰ ਤਾਦਾਦ ਦੇ ਵਿੱਚ ਗੰਦਮ ਕਾਸ਼ਤ ਕੀਤੀ ਜਾਏਗੀ। ਕਿਉਂਕਿ ਸੂਬਾ ਪੰਜਾਬ ਦੇ ਵਿੱਚ ਇਹਨਾਂ ਨੇ 1 ਕਰੋੜ 65 ਲੱਖ ਏਕੜ ਤੇ ਗੰਦਮ ਕਾਸ਼ਤ ਕਰਨ ਦਾ ਹਦਫ ਜਿਹੜਾ ਮੁਕਰਰ ਕੀਤਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਹਦਫ ਪੂਰਾ ਹੁੰਦਾ ਨਜ਼ਰ ਆ ਰਿਹਾ। क्योंकि जो तक इमदादी कीमत ही नहीं इन्हें दी तो उदों तक किस तरह कोई जिमींदार जो ना गंदम काश्त करेगा। लेकिन कर भी रहे हैं कई जिमींदार। लेकिन अं मुकाबला करिए ना पिछले साल तो इस साल तकरीबन 50% जो ना गंदम काश्त के कमी आएगी। क्योंकि खर्चे दुगने हो गए ने तो गंदम का रेट हो गया अद्धा। पिछले साल 5000 रुपये तक भी गंदम सेल होंदी रही है तो हुण 2500-2600 रुपये तक है। तो हुकूमत ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਕੰਮ ਦੇ ਵਿੱਚ ਲਾਸ ਹੁੰਦਾ ਹੈ ਉਹ ਕੰਮ ਕੌਣ ਕਰਦਾ ਹੈ ਤੇ ਜ਼ਿਮੀਂਦਾਰ ਨੂੰ ਵੀ ਇਹਦੇ ਵਿੱਚ ਲਾਸ ਹੀ ਸਮਝ ਲਓ ਹੋਣ ਰਿਹਾ ਤੇ ਖਾਸ ਤੌਰ ਤੇ ਜਿਹੜਾ ਠੇਕੇਦਾਰ ਹੈ ਉਹ ਤਾਂ ਸਮਝੋ ਬਿਲਕੁਲ ਹੀ ਖਤਮ ਹੋ ਗਿਆ ਨਾ। ਇਸ ਦਫਾ ਠੇਕੇ ਵੀ ਘੱਟ ਹੋ ਜਾਣਗੇ ਤੇ ਫਿਲਹਾਲ ਗੰਦਮ ਦਾ ਸੀਜ਼ਨ ਹੈ। ਜਿਨ੍ਹਾਂ ਨੇ ਕਾਸ਼ਤ ਕਰਨੀ ਹੈ ਉਹ ਲੱਗੇ ਨੇ ਆਪਣੇ ਹਿਸਾਬ ਨਾਲ ਜੋ ਵੀ ਉਹਨਾਂ ਨੇ ਕਰਨਾ ਹੈ। ਕਿਉਂਕਿ ਇਹ ਜਿਹੜੀਆਂ ਸਕੂਮਾਂ ਕੱਢਦੇ ਨੇ ਕੀ ਪਤਾ ਕਿਹਨੂੰ ਮਿਲਣੀਆਂ ਕਿਹਨੂੰ ਨਹੀਂ ਮਿਲਣੀਆਂ। ਬਾਕੀ ਸਾਡਾ ਕੰਮ ਜੇ ਤੁਹਾਨੂੰ ਅਪਡੇਟ ਰੱਖਣਾ। ਫਿਲਹਾਲ ਹੈ ਨਵੀਂ ਉਹਨਾਂ ਨੇ ਆਫਰ ਕੱਢੀ ਹੈ ਗੰਦਮ ਦੇ ਕਾਸ਼ਤਕਾਰਾਂ ਵਾਸਤੇ। ਅਗਰ ਕਿਸੇ ਨੇ ਇਹਦੇ ਤੋਂ ਫਾਇਦਾ ਚੁੱਕਣਾ ਤੇ ਚੁੱਕ ਸਕਦਾ। ਤੇ ਜੇ ਗੱਲ ਕਰੀਏ ਟਰੈਕਟਰ ਕਦੋਂ ਮਿਲਣੇ ਨੇ ਕਿਹਨੂੰ ਮਿਲਣੇ ਨੇ ਇਸ ਹਵਾਲੇ ਨਾਲ ਉਹਨਾਂ ਕੋਈ ਨਹੀਂ ਦੱਸਿਆ। ਬਾਅਦ ਜੇ ਤੁਹਾਨੂੰ ਇਹ ਲਾਰਾ ਲਾ ਦਿੱਤਾ ਕਿ 10,000 ਟਰੈਕਟਰ ਮਿਲੇਗਾ ਤੇ ਲੇਜ਼ਰ ਲੈਵਲ ਵੀ ਮਿਲਣਗੇ। ਇਸ ਤੋਂ ਇਲਾਵਾ ਮਜ਼ੀਦ ਦੱਸਦਾ ਜਾਵਾਂ ਕਿ ਜ਼ਿਮੀਂਦਾਰਾਂ ਵਾਸਤੇ ਜਿੰਨੇ ਵੀ ਮਤਲਬ ਇਕਦਾਮ ਹੋਏ ਨੇ ਫਿਲਹਾਲ ਕਿਸਾਨ ਕਾਰਡ ਵਾਲਾ ਇਕਦਾਮ ਪੂਰਾ ਹੋ ਗਿਆ। ਇਹ ਜੀ ਜ਼ਿਮੀਂਦਾਰ ਨੂੰ ਕਾਰਡ ਵੀ ਮਿਲ ਗਏ ਨੇ ਤੇ ਜ਼ਿਮੀਂਦਾਰ ਖਾਦ ਬੀਜ ਵੀ ਲੈ ਰਹੇ ਨੇ ਕਿਸਾਨ ਕਾਰਡ ਤੋਂ ਤੇ ਬਿਲਕੁਲ ਕੰਟਰੋਲ ਰੇਟ ਤੇ ਮਿਲ ਰਹੀ ਹੈ ਯੂਰੀਆ। ਡੀਏਪੀ ਦਾ ਕੰਮ ਥੋੜਾ ਮਹਿੰਗਾ ਪੈ ਜਾਂਦਾ ਕਿਉਂਕਿ ਡੀਏਪੀ ਬਾਹਰੋਂ ਮਾਰਕੀਟ ਤੋਂ ਸਸਤੀ ਮਿਲ ਜਾਂਦੀ ਹੈ। ਲੇਕਿਨ ਅਗਰ ਕਿਸਾਨ ਕਾਰਡ ਤੋਂ ਲਓਗੇ ਕਿਉਂਕਿ ਕਿਸਾਨ ਕਾਰਡ ਤੋਂ ਕੰਟਰੋਲ ਰੇਟ ਤੁਹਾਨੂੰ ਹਰ ਚੀਜ਼ ਮਿਲਣੀ ਹੈ ਤੇ ਜ਼ਿਮੀਂਦਾਰ ਫਾਇਦਾ ਚੁੱਕਦੇ ਪਏ ਨੇ। ਇਹ ਪਹਿਲਾ ਕੰਮ ਹੋ ਗਿਆ ਕਿਸਾਨ ਕਾਰਡ ਵਾਲਾ ਜ਼ਿਮੀਂਦਾਰਾਂ ਲਈ ਹੋ ਗਿਆ। ਬਾਕੀ ਅੱਗੋਂ ਗ੍ਰੀਨ ਸਕੀਮ ਦਾ ਇੰਤਜ਼ਾਰ ਹੈ। ਇਸ ਤੋਂ ਬਾਅਦ ਆ ਫਿਰ ਇੱਕ ਨਵੀਂ ਇਹਨਾਂ ਨੇ ਆਫਰ ਦਿੱਤੀ। ਇਸ ਤੋਂ ਇਲਾਵਾ ਦੋਸਤੋ 7% ਸਕੀਮ ਵੀ ਦੁਬਾਰਾ ਸ਼ੁਰੂ ਹੋ ਗਈ ਹੈ। ਅਗਰ ਕੋਈ ਜ਼ਿਮੀਂਦਾਰ 7% ਮਾਰਕਅਪ ਤੇ ਟਰੈਕਟਰ ਲੈਣਾ ਚਾਹੁੰਦਾ ਤੇ ਉਹ ਵੀ ਬੈਂਕਾਂ ਨਾਲ ਰਾਬਤਾ ਕਰ ਸਕਦਾ ਹੈ। ਸਕੀਮ ਦੁਬਾਰਾ ਬੈਂਕ ਦੇ ਰਹੇ ਨੇ ਜਿੰਨੇ ਵੀ ਆਪਣੇ ਕਮਰਸ਼ੀਅਲ ਬੈਂਕ ਨੇ। ਬੈਂਕ ਆਫ ਪੰਜਾਬ ਹੋ ਗਿਆ UBL ਹੋ ਗਿਆ ਇਸੇ ਤਰ੍ਹਾਂ 3-4 ਬੈਂਕ ਹੈ ਨੇ ਜਿਹੜੇ ਸਕੀਮ ਦੇ ਵਿੱਚ ਜ਼ਿਮੀਂਦਾਰਾਂ ਨੂੰ ਕਰਜ਼ਾ ਵਗੈਰਾ ਦੇ ਰਹੇ ਨੇ ਤੇ ਐਗਰੀਕਲਚਰ ਲੋਨ ਦੇ ਰਹੇ ਨੇ। ਟਰੈਕਟਰ ਤੁਸੀਂ ਆਪਣੀ ਮਰਜ਼ੀ ਦਾ ਬੁੱਕ ਕਰਵਾਓ ਤੇ ਬੈਂਕ ਜਿਹੜਾ ਪੇਮੈਂਟ ਕਰੇਗਾ। ਬੁਕਿੰਗ ਵੀ ਤਕਰੀਬਨ ਡਿਲੀਵਰੀ ਵੀ ਜਲਦੀ ਦੇ ਰਹੇ ਨੇ ਬੈਂਕ ਵਾਲੇ ਟਰੈਕਟਰਾਂ ਨੂੰ।